ਸਟਾਰਟ। ਦੇਸ਼ ਦੀ ਆਜ਼ਾਦੀ ਲਈ ਕਈ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ, ਫਿਰ ਜਾ ਕੇ ਅਸੀਂ ਆਜ਼ਾਦ ਹੋਏ ਹਾਂ ਤੇ ਬੇਖੌਫ ਜ਼ਿੰਦਗੀ ਜੀ ਰਹੇ ਹਾਂ ਡੰਡੀ। 23 ਮਾਰਚ ਨੂੰ ਤਿੰਨ ਅਜਿਹੇ ਸੂਰਬੀਰਾਂ ਦੀ ਸ਼ਹਾਦਤ ਦਿਵਸ ਦੇ ਰੂਪ 'ਚ ਜਾਣਿਆ ਜਾਂਦਾ ਹੈ, ਜਿਨ੍ਹਾਂ ਦੀ ਕੁਰਬਾਨੀ ਨੇ ਦੇਸ਼ ਦੇ ਨੌਜਵਾਨਾਂ 'ਚ ਆਜ਼ਾਦੀ ਲਈ ਅਥਾਹ ਜਾਗਰਤੀ ਪੈਦਾ ਕੀਤੀ ਡੰਡੀ। ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਅੰਗਰੇਜ਼ ਸਰਕਾਰ ਨੇ 23 ਮਾਰਚ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ ਸੀ ਡੰਡੀ। ਇਹਨਾਂ ਯੋਧਿਆਂ ਨੂੰ ਫਾਂਸੀ ਦੀ ਸਜ਼ਾ ਦੇ ਕੇ ਅੰਗਰੇਜ਼ ਸਰਕਾਰ ਸਮਝਦੀ ਸੀ ਕਿ ਭਾਰਤ ਦੇ ਲੋਕ ਡਰ ਜਾਣਗੇ ਤੇ ਆਜ਼ਾਦੀ ਦੀ ਭਾਵਨਾ ਨੂੰ ਭੁੱਲ ਕੇ ਵਿਦਰੋਹ ਨਹੀਂ ਕਰਨਗੇ ਡੰਡੀ। ਇਸ ਸ਼ਹਾਦਤ ਤੋਂ ਬਾਅਦ ਦੇਸ਼ ਦੀ ਜਨਤਾ ਤੇ ਆਜ਼ਾਦੀ ਲਈ ਖੁਦ ਨੂੰ ਕੁਰਬਾਨ ਕਰਨ ਦਾ ਅਜਿਹਾ ਰੰਗ ਚੜ੍ਹਿਆ ਕਿ ਦੇਸ਼ ਦੇ ਹਜ਼ਾਰਾਂ ਸਪੂਤਾਂ ਨੇ ਅੰਗਰੇਜ਼ਾਂ ਖਿਲਾਫ ਜੰਗ ਛੇੜ ਦਿੱਤੀ ਡੰਡੀ। ਭਾਰਤੀ ਸੁਤੰਤਰਤਾ ਸੰਗਰਾਮ 'ਚ ਲਾਲਾ ਲਾਜਪਤ ਰਾਏ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਡੰਡੀ। ਉਹ ਸਾਈਮਨ ਕਮਿਸ਼ਨ ਦੇ ਵਿਰੋਧ 'ਚ ਸ਼ਾਮਿਲ ਸਨ, ਜਿਸ 'ਚ ਲਾਠੀ ਚਾਰਜ ਦੌਰਾਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਡੰਡੀ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਤੇ 17 ਨਵੰਬਰ 1928 ਨੂੰ ਉਹਨਾਂ ਦੀ ਮੌਤ ਹੋ ਗਈ ਡੰਡੀ। ਭਗਤ ਸਿੰਘ ਨੇ ਸੁਖਦੇਵ, ਰਾਜਗੁਰੂ ਤੇ ਚੰਦਰ ਸ਼ੇਖਰ ਆਜ਼ਾਦ ਨਾਲ ਮਿਲ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾ ਲਈ ਡੰਡੀ। ਉਹਨਾਂ ਦੀ ਮੌਤ ਤੋਂ ਠੀਕ 1 ਮਹੀਨੇ ਬਾਅਦ ਲਾਹੌਰ 'ਚ 17 ਦਸੰਬਰ 1928 ਨੂੰ ਰਾਜਗੁਰੂ ਤੇ ਭਗਤ ਸਿੰਘ ਨੇ ਅੰਗਰੇਜ਼ ਅਫਸਰ ਸਾਂਡਰਸ ਨੂੰ ਗੋਲੀ ਮਾਰ ਦਿੱਤੀ। ਹਾਲਾਂਕਿ ਉਹਨਾਂ ਦਾ ਨਿਸ਼ਾਨਾ ਲਾਠੀ ਚਾਰਜ ਕਰਵਾਉਣ ਵਾਲੇ ਜੇਮਜ਼ ਏ ਸਕਾਟ ਸੀ, ਪਰ ਪਛਾਣ 'ਚ ਨਾ ਆਉਣ ਕਰਕੇ ਸਾਂਡਰਸ ਦੀ ਹੱਤਿਆ ਹੋ ਗਈ ਡੰਡੀ। ਵੀਰ ਸੁਖਦੇਵ ਦਾ ਜਜ਼ਬਾ। ਸੁਖਦੇਵ ਫਾਂਸੀ ਦੀ ਸਜ਼ਾ ਮਿਲਣ ਤੇ ਡਰਨ ਦੀ ਬਜਾਏ ਖੁਸ਼ ਸੀ ਡੰਡੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੁਖਦੇਵ ਨੇ ਹੀ ਭਗਤ ਸਿੰਘ ਨੂੰ ਅਸੈਂਬਲੀ ਹਾਲ 'ਚ ਬੰਬ ਸੁੱਟਣ ਲਈ ਰਾਜੀ ਕੀਤਾ ਸੀ ਡੰਡੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਵੱਲੋਂ ਅਸੈਂਬਲੀ 'ਚ ਬੰਬ ਸੁੱਟਣ ਲਈ ਬਟੁਕੇਸ਼ਵਰ ਦੱਤ ਨਾਲ ਕਿਸੇ ਹੋਰ ਵਿਅਕਤੀ ਦੀ ਚੋਣ ਕੀਤੀ ਗਈ ਸੀ, ਪਰ ਸੁਖਦੇਵ ਦੇ ਕਹਿਣ 'ਤੇ ਭਗਤ ਸਿੰਘ ਨੇ ਖੁਦ ਅਸੈਂਬਲੀ ਹਾਲ 'ਚ ਬੰਬ ਸੁੱਟਣ ਦਾ ਫੈਸਲਾ ਲਿਆ ਡੰਡੀ। ਸੁਖਦੇਵ ਬਚਪਨ ਦੇ ਦਿਨਾਂ ਤੋਂ ਹੀ ਕਾਫੀ ਸਖਤ ਸੀ ਡੰਡੀ। ਸਕੂਲ ਦੇ ਦਿਨਾਂ 'ਚ ਜਦੋਂ ਇੱਕ ਬ੍ਰਿਟਿਸ਼ ਫੌਜੀ ਅਧਿਕਾਰੀ ਨੂੰ ਸਲਾਮ ਨਾ ਕਰਨ ਕਰਕੇ ਉਹਨਾਂ ਨੂੰ ਸੋਟੀ ਨਾਲ ਕੁੱਟਿਆ ਗਿਆ ਤਾਂ ਉਹਨਾਂ ਨੇ ਹਾਏ ਤੱਕ ਨਾ ਕੀਤੀ ਡੰਡੀ। ਉਹਨਾਂ ਨੇ ਫੌਜੀ ਅਧਿਕਾਰੀ ਵੱਲੋਂ ਦਿੱਤੀ ਇਸ ਸਜ਼ਾ ਨੂੰ ਹੌਸਲੇ ਨਾਲ ਸਹਿਣ ਕੀਤਾ ਡੰਡੀ। ਨੌਜਵਾਨਾਂ ਦਾ ਇਨਕਲਾਬੀ ਭਗਤ ਸਿੰਘ ਭਾਰਤ ਦੀ ਧਰਤੀ 'ਤੇ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਨੇ ਜਨਮ ਲਿਆ ਡੰਡੀ। ਆਜ਼ਾਦੀ ਘੁਲਾਟੀਆਂ ਬਾਰੇ ਗੱਲ ਕਰਦਿਆਂ ਭਗਤ ਸਿੰਘ ਦਾ ਨਾਂ ਸਭ ਤੋਂ ਪਹਿਲਾਂ ਜੇਨ 'ਚ ਆਉਂਦਾ ਹੈ ਡੰਡੀ। ਭਗਤ ਸਿੰਘ ਭਾਰਤੀ ਰਾਸ਼ਟਰਵਾਦੀ
ਅੰਦੋਲਨ ਦੇ ਪ੍ਰਭਾਵਸ਼ਾਲੀ ਇਨਕਲਾਬੀਆਂ 'ਚੋਂ ਇੱਕ ਸਨ ਡੰਡੀ। ਉਹ ਛੋਟੀ ਉਮਰੇ ਹੀ ਆਜ਼ਾਦੀ ਸੰਘਰਸ਼ 'ਚ ਸ਼ਾਮਿਲ ਹੋ ਗਏ ਅਤੇ ਸਿਰਫ 23 ਸਾਲ ਦੀ ਉਮਰ 'ਚ ਹੀ ਦੇਸ਼ ਲਈ ਸ਼ਹੀਦ ਹੋ ਗਏ ਡੰਡੀ। ਸ਼ਹੀਦ ਭਗਤ ਸਿੰਘ ਨੂੰ ਯੂਥ ਆਈਕਨ ਅਤੇ ਨੌਜਵਾਨਾਂ ਦਾ ਇਨਕਲਾਬੀ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਡੰਡੀ। ਘਰਦਿਆਂ ਵੱਲੋਂ ਵਿਆਹ ਲਈ ਜ਼ੋਰ ਪਾਉਣ 'ਤੇ ਭਗਤ ਸਿੰਘ ਨੇ ਘਰ ਛੱਡ ਦਿੱਤਾ ਡੰਡੀ। ਅਸਲ 'ਚ ਉਹ ਆਪਣਾ ਵਿਆਹ ਲਾੜੀ ਮੌਤ ਨਾਲ ਕਰਵਾਉਣਾ ਚਾਹੁੰਦੇ ਸਨ ਡੰਡੀ। ਭਾਵੇਂ ਇਸ ਤਕਨੀਕੀ ਯੁੱਗ 'ਚ ਕੰਪਿਊਟਰ ਅਤੇ ਹੋਰ ਨੈੱਟਵਰਕ ਤਕਨੋਲਜੀ ਨੇ ਸਭ ਥਾਈਂ ਪਸਾਰਾ ਕੀਤਾ ਹੈ, ਪਰ ਵਿਦਿਆਰਥੀ ਪੱਧਰ 'ਤੇ ਲਏ ਜਾਣ ਵਾਲੇ ਗਿਆਨ ਵਿੱਚ ਕੰਪਿਊਟਰ ਸਿੱਖਿਆ ਦਾ ਵਿਸ਼ੇਸ਼ ਮਹੱਤਵ ਹੈ ਡੰਡੀ। ਵਿਦਿਆਰਥੀ ਜਦੋਂ ਆਪਣੇ ਆਲੇ ਦੁਆਲੇ ਘਰ ਪਰਿਵਾਰ ਅਤੇ ਦੋਸਤਾਂ ਵਿੱਚ ਚਾਰੇ ਪਾਸੇ ਤਕਨੀਕੀ ਯੰਤਰਾਂ ਨਾਲ ਵਿਚਰਦਾ ਹੈ ਤਾਂ ਸਕੂਲ ਪੱਧਰ 'ਤੇ ਉਸ ਦੀ ਤਕਨੀਕੀ ਸਾਂਝ ਪਾ ਦੇਣਾ ਵੱਡਾ ਕਾਰਜ ਹੈ ਡੰਡੀ। ਪ੍ਰਾਈਵੇਟ ਸਕੂਲਾਂ ਵਿੱਚ ਇਹ ਪ੍ਰਕਿਰਿਆ ਚੰਗੀਆਂ ਫੀਸਾਂ ਜ਼ਰੀਏ ਛੋਟੀਆਂ ਜਮਾਤਾਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਪਰ ਸਰਕਾਰੀ ਸਕੂਲਾਂ ਵਿੱਚ ਤਕਨੀਕੀ ਸਿੱਖਿਆ ਪ੍ਰਾਇਮਰੀ ਪੱਧਰ 'ਤੇ ਬਿਲਕੁਲ ਆਟੇ 'ਚ ਲੂਣ ਬਰਾਬਰ ਹੈ ਡੰਡੀ। ਦਰਅਸਲ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ 6ਵੀਂ ਜਮਾਤ ਤੋਂ ਸ਼ੁਰੂ ਹੁੰਦੀ ਹੈ, ਜਿਸ ਕਰਕੇ ਬਹੁਤੇ ਵਿਦਿਆਰਥੀ 11-12 ਸਾਲ ਦੀ ਉਮਰ ਵਿੱਚ ਕੰਪਿਊਟਰ ਦੇਖਦੇ ਹਨ, ਜਦਕਿ ਇਸ ਦੀ ਥੋੜ੍ਹੀ ਆਦਤ ਛੋਟੀਆਂ ਜਮਾਤਾਂ ਤੋਂ ਹੀ ਪਾਉਣੀ ਚਾਹੀਦੀ ਹੈ ਡੰਡੀ। ਹੁਣ ਜੇ ਸਰਕਾਰੀ ਪੱਧਰ 'ਤੇ ਪ੍ਰਾਇਮਰੀ ਸਕੂਲਾਂ 'ਚ ਕੰਪਿਊਟਰ ਹਨ ਤਾਂ ਉਹ ਸਿਰਫ ਅਧਿਆਪਕਾਂ ਦੇ ਡਾਕ ਕੱਢਣ ਤੱਕ ਹੀ ਸੀਮਿਤ ਹਨ, ਨਾ ਕਿ ਕੋਈ ਤਕਨੀਕੀ ਸਿੱਖਿਆ ਦੇਣ ਵਜੋਂ ਡੰਡੀ। ਜੇ ਇਹ ਮੁੱਦਾ ਵੱਡੇ ਪੱਧਰ 'ਤੇ ਵਾਚਿਆ ਜਾਵੇ ਤਾਂ ਇਸ ਦਾ ਵੱਡਾ ਫਾਇਦਾ ਹੋਵੇਗਾ, ਜਿਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਛੋਟੀ ਉਮਰ ਤੋਂ ਹੀ ਆਪਣੇ ਆਲੇ ਦੁਆਲੇ ਵਿਚਰ ਰਹੇ ਹੋਰਾਂ ਪ੍ਰਾਈਵੇਟ ਸਕੂਲੀ ਬੱਚਿਆਂ ਵਾਂਗ ਤਕਨੀਕੀ ਵਿਕਾਸ ਦੀ ਰਫ਼ਤਾਰ 'ਚ ਸ਼ਾਮਿਲ ਹੋ ਸਕਣਗੇ ਡੰਡੀ। ਇਸ ਤੋਂ ਵੀ ਅਹਿਮ ਹੈ ਕਿ ਛੋਟੇ ਬੱਚਿਆਂ ਦੀਆਂ ਜਮਾਤਾਂ 'ਚ ਸਿਲੇਬਸ ਨਾਲੋਂ ਜ਼ਿਆਦਾ ਕੰਮ ਪ੍ਰੈਕਟੀਕਲ ਹੋਵੇ ਡੰਡੀ। ਇਸ ਪ੍ਰੈਕਟੀਕਲ ਦਾ ਸਮਾਂ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਤੇ ਸਰੀਰਕ ਥਕਾਵਟ ਦੇ ਹਿਸਾਬ ਨਾਲ ਤੈਅ ਕੀਤਾ ਜਾਵੇ ਡੰਡੀ। ਇਸ ਨਾਲ ਕੰਪਿਊਟਰ ਸਿੱਖਿਆ ਇੱਕ ਮਨੋਰੰਜਨ ਸਾਧਨ ਹੋਣ ਨਾਤੇ ਵਿਦਿਆਰਥੀਆਂ 'ਚ ਖੇਡ ਵਿਧੀ ਰਾਹੀਂ ਪੜ੍ਹਾਈ ਦੀ ਦਿਲਚਸਪੀ ਵੀ ਵਧਾਏਗੀ ਡੰਡੀ। ਭਰਾ ਪ੍ਰੀਖਿਆ ਉਹ ਕਸੌਟੀ ਹੈ ਜੋ ਵਿਦਿਆਰਥੀ ਦੀ ਸਾਲ ਭਰ ਦੀ ਮਿਹਨਤ ਨੂੰ ਸਫਲਤਾ ਜਾਂ ਅਸਫਲਤਾ ਦੇ ਰੂਪ 'ਚ ਪਛਾਣ ਦਿਵਾਉਂਦੀ ਹੈ ਡੰਡੀ। ਪ੍ਰੀਖਿਆ ਦਾ ਡਰ ਹਰ ਪ੍ਰੀਖਿਆਰਥੀ ਦੇ ਮਨ 'ਚ ਹੁੰਦਾ ਹੈ ਡੰਡੀ। ਜਿਹੜੇ ਵਿਦਿਆਰਥੀ ਸਾਲ ਦੀ ਸ਼ੁਰੂਆਤ ਤੋਂ ਨਿਯਮਤ ਰੂਪ 'ਚ ਪੜ੍ਹਾਈ ਕਰਦੇ ਹਨ, ਉਹਨਾਂ 'ਚ ਆਤਮ ਵਿਸ਼ਵਾਸ ਦੀ ਕੋਈ ਕਮੀ ਨਹੀਂ ਹੁੰਦੀ, ਪਰ ਜੋ ਵਿਦਿਆਰਥੀ ਸਾਲ ਭਰ ਦੀ ਪੜ੍ਹਾਈ ਸਿਰਫ ਅਖੀਰਲੇ 1-2 ਮਹੀਨਿਆਂ ਵਿੱਚ ਕਰਦੇ ਹਨ, ਉਹਨਾਂ ਦੀ ਪ੍ਰੀਖਿਆ ਤਣਾਅ ਦਾ ਕਾਰਨ ਬਣ ਜਾਂਦੀ ਹੈ ਡੰਡੀ। ਪਿਛਲੇ ਸਾਲ ਕੋਵਿਡ-19 ਮਹਾਮਾਰੀ ਕਾਰਨ ਦੇਸ਼ ਭਰ ਦੇ ਸਕੂਲ ਕਾਲਜ ਮਾਰਚ 2020 ਤੋਂ ਲਗਾਤਾਰ ਬੰਦ ਰਹੇ ਡੰਡੀ। ਇਸ ਦੌਰਾਨ
ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ, ਆਨਲਾਈਨ ਪੜ੍ਹਾਈ ਸ਼ੁਰੂ ਕੀਤੀ ਗਈ ਡੰਡੀ। ਹਾਲਾਂਕਿ ਪੰਜਾਬ ਦੇ ਸਕੂਲ 15 ਅਕਤੂਬਰ ਤੋਂ ਬਾਅਦ ਭਾਵੇਂ ਖੁੱਲ੍ਹ ਤਾਂ ਗਏ, ਪਰ ਕਰੋਨਾ ਦੇ ਡਰ ਕਰਕੇ ਕਈ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਡੰਡੀ। ਹੁਣ ਇੱਕ ਵਾਰ ਫਿਰ ਕਰੋਨਾ ਦੇ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਉੱਤੋਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਡੰਡੀ। ਆਓ ਜਾਣਦੇ ਹਾਂ ਇਸ ਸਮੇਂ ਵਿਦਿਆਰਥੀ ਕਿਵੇਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਤਾਂ ਜੋ ਉਹ ਵਧੀਆ ਅੰਕ ਹਾਸਲ ਕਰ ਸਕਣ ਡੰਡੀ। ਪ੍ਰੀਖਿਆਵਾਂ ਦੌਰਾਨ ਸਭ ਤੋਂ ਜ਼ਰੂਰੀ ਹੈ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਣਾ ਡੰਡੀ। ਅੱਜ ਕੱਲ੍ਹ ਬਦਲ ਰਹੇ ਮੌਸਮ ਕਾਰਨ ਬੱਚਿਆਂ ਨੂੰ ਆਮ ਹੀ ਖੰਘ ਬੁਖਾਰ ਹੋਣ ਦਾ ਖਦਸ਼ਾ ਰਹਿੰਦਾ ਹੈ ਡੰਡੀ। ਇਸ ਲਈ ਪ੍ਰੀਖਿਆ ਦੇ ਸਮੇਂ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਡੰਡੀ। ਸਟਾਰਟ। ਨੀਲ ਕੰਠ, ਜਿਸ ਨੂੰ ਪੰਜਾਬੀ 'ਚ ਗਰੁੜ ਅਤੇ ਅੰਗਰੇਜ਼ੀ 'ਚ ਇੰਡੀਅਨ ਰੋਲਰ ਕਿਹਾ ਜਾਂਦਾ ਹੈ ਡੰਡੀ। ਨੀਲਕੰਠ ਏਸ਼ੀਆ ਖਿੱਤੇ 'ਚ ਪਾਇਆ ਜਾਣ ਵਾਲਾ ਪੰਛੀ ਹੈ ਜੋ ਇਰਾਕ ਤੋਂ ਲੈ ਕੇ ਇੰਡੋਨੇਸ਼ੀਆ ਤੱਕ ਮਿਲਦਾ ਹੈ ਡੰਡੀ। ਇਹ ਸੜਕਾਂ ਕਿਨਾਰੇ ਜਾਂ ਤਾਰਾਂ 'ਤੇ ਆਮ ਬੈਠਾ ਮਿਲਦਾ ਹੈ ਡੰਡੀ। ਇਸ ਦੀ ਸਭ ਤੋਂ ਵੱਧ ਵਸੋਂ ਭਾਰਤ 'ਚ ਮਿਲਦੀ ਹੈ ਡੰਡੀ। ਭਾਰਤ 'ਚ ਇਸ ਪੰਛੀ ਦੀ ਮਿਥਿਹਾਸਕ ਮਹੱਤਤਾ ਵੀ ਹੈ ਡੰਡੀ। ਦੁਸਹਿਰੇ ਵਾਲੇ ਦਿਨ ਇਸ ਦਾ ਦਿਸਣਾ ਸ਼ੁਭ ਮੰਨਿਆ ਜਾਂਦਾ ਹੈ ਡੰਡੀ। ਕਈ ਸੂਬਿਆਂ ਜਿਵੇਂ ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਉੜੀਸਾ ਨੇ ਇਸ ਨੂੰ ਆਪਣਾ ਰਾਜ ਪੰਛੀ ਐਲਾਨਿਆ ਹੈ ਡੰਡੀ। ਹਿੰਦੂ ਧਰਮ 'ਚ ਨੀਲਕੰਠ ਨੀਲੇ ਗਲ ਵਾਲਾ ਪੰਛੀ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤੇ ਇਸ ਨੂੰ ਸ਼ਿਵ ਜੀ ਦੇ ਬਹੁਤ ਨੇੜੇ ਸਮਝਿਆ ਜਾਂਦਾ ਹੈ ਡੰਡੀ। ਹਿੰਦੂ ਗ੍ਰੰਥਾਂ 'ਚ ਭਗਵਾਨ ਸ਼ਿਵ ਜੀ ਨੂੰ ਨੀਲਕੰਠ ਵੀ ਕਿਹਾ ਜਾਂਦਾ ਹੈ ਡੰਡੀ। ਨੀਲਕੰਠ ਦਾ ਆਕਾਰ ਮੈਨਾ ਜਿੰਨਾ ਹੁੰਦਾ ਹੈ ਡੰਡੀ। ਇਸ ਨੂੰ ਅੰਗਰੇਜ਼ੀ 'ਚ ਇੰਡੀਅਨ ਰੋਲਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਡੰਡੀ। ਇਸ ਵੱਲੋਂ ਹਵਾਈ ਕਲਾਬਾਜ਼ੀਆਂ ਲਾਉਣ 'ਚ ਨਿਪੁੰਨ ਹੋਣ ਕਰਕੇ ਇਹ ਨਾਂ ਦਿੱਤਾ ਗਿਆ ਹੈ ਡੰਡੀ। ਇਹ ਬਹੁਤ ਸੋਹਣਾ ਨੀਲੇ ਰੰਗ ਦਾ ਪੰਛੀ ਹੈ ਡੰਡੀ। ਇਸ ਦੇ ਸੀਨੇ ਦਾ ਰੰਗ ਲਾਲ ਜੋ ਵਿੱਚੋਂ ਬਦਾਮੀ ਭਾ ਮਾਰਦਾ ਹੈ ਡੰਡੀ। ਪੇਟ ਤੇ ਪੂਛ ਦੇ ਹੇਠਲੇ ਪਾਸੇ ਦਾ ਰੰਗ ਹਲਕਾ ਨੀਲਾ ਹੁੰਦਾ ਹੈ ਡੰਡੀ। ਇਸ ਦਾ ਸਿਰ ਵੱਡਾ ਤੇ ਚੁੰਝ ਭਾਰੀ ਹੁੰਦੀ ਹੈ ਡੰਡੀ। ਖੰਭਾਂ ਦਾ ਰੰਗ ਹਲਕਾ ਤੇ ਗੂੜਾ ਨੀਲਾ ਹੈ ਜੋ ਉੱਡਣ ਵੇਲੇ ਚਮਕਦਾਰ ਧਾਰੀਆਂ ਵਾਂਗ ਦਿਸਦਾ ਹੈ ਡੰਡੀ। ਪਾਰਾ। ਨਰ ਤੇ ਮਾਦਾ ਦੋਵੇਂ ਇੱਕੋ ਜਿਹੇ ਲੱਗਦੇ ਹਨ ਡੰਡੀ। ਪ੍ਰਜਨਨ ਤੋਂ ਪਹਿਲਾਂ ਨਰ ਨੀਲਕੰਠ ਕਈ ਕਿਸਮ ਦੇ ਸਵਾਂਗ ਕਰਦਾ ਹੈ ਡੰਡੀ। ਉਹ ਹਵਾ 'ਚ ਤੇਜ਼ ਉੱਡਦਾ, ਪੁੱਠੀਆਂ ਛਾਲਾਂ ਲਾਉਂਦਾ, ਕਲਾਬਾਜ਼ੀਆਂ ਮਾਰਦਾ, ਨਾਲ ਨਾਲ ਉੱਚੀਆਂ ਖਰਵੀਆਂ ਆਵਾਜ਼ਾਂ ਕੱਢਦਾ ਤੇ ਧੁੱਪ 'ਚ ਆਪਣੇ ਸੁੰਦਰ ਨੀਲੇ ਖੰਭਾਂ ਦੀ ਪ੍ਰਦਰਸ਼ਨੀ ਕਰਦਾ ਹੈ ਡੰਡੀ। ਇਹ ਪੰਛੀ ਸੁੱਕੇ ਦਰੱਖਤਾਂ ਦੇ ਘੇਰੇ 'ਚ ਆਪਣੇ ਆਲ੍ਹਣੇ ਬਣਾਉਣਾ ਪਸੰਦ ਕਰਦੇ ਹਨ ਜਾਂ ਫਿਰ ਉਸ ਸਥਾਨ 'ਤੇ ਜਿੱਥੇ ਉੱਚੀਆਂ ਇਮਾਰਤਾਂ 'ਚ ਖੋਖਲੇ
ਸੁਰਾਖ ਹੋਣ ਡੰਡੀ। ਮਾਦਾ ਨੀਲਕੰਠ 3 ਤੋਂ 6 ਆਂਡੇ ਜੋ ਪੀਲੇ ਤੇ ਨੀਲੇ ਰੰਗ ਦੇ ਹੁੰਦੇ ਹਨ ਦਿੰਦੀ ਹੈ ਡੰਡੀ। ਬੱਚੇ 16 ਤੋਂ 21 ਦਿਨ ਬਾਅਦ ਆਂਡਿਆਂ ਵਿੱਚੋਂ ਬਾਹਰ ਨਿਕਲ ਆਉਂਦੇ ਹਨ ਡੰਡੀ। ਸ਼ੁਰੂ 'ਚੋਂ ਬੱਚੇ ਬੇਢੰਗੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਭੱਦਾ ਚੁੰਝ ਸਿਰ ਨਾਲੋਂ ਜ਼ਿਆਦਾ ਵੱਡੀ ਹੁੰਦੀ ਹੈ ਤੇ ਖੰਭ ਕਿਸੇ ਭਿੱਜੀ ਕੁਕੜੀ ਵਰਗੇ ਲੱਗਦੇ ਹਨ ਡੰਡੀ। ਬੱਚੇ 2 ਮਹੀਨੇ ਤੱਕ ਨਰ ਮਾਦਾ ਨਾਲ ਰਹਿਣ ਤੋਂ ਬਾਅਦ ਆਲਣੇ 'ਚੋਂ ਉਡਾਰੀ ਮਾਰ ਜਾਂਦੇ ਹਨ ਡੰਡੀ। ਨੀਲਕੰਠ ਦਾ ਜੀਵਨ ਕਾਲ 18 ਸਾਲ ਦੇ ਲਗਭਗ ਹੁੰਦਾ ਹੈ ਡੰਡੀ। ਇਹ ਸ਼ਿਕਾਰੀ ਪੰਛੀ ਹੈ ਜਿਸ ਨੂੰ ਕੀੜੇ ਮਕੌੜੇ ਖਾਣੇ ਪਸੰਦ ਹਨ, ਪਰ ਲੋੜ ਪੈਣ 'ਤੇ ਚੂਹੇ, ਸੱਪ ਤੇ ਕਿਰਲੀਆਂ ਵੀ ਫੜ ਲੈਂਦਾ ਹੈ ਡੰਡੀ। ਇਹ ਪੰਛੀ ਕੀੜੇ ਫੜਨ ਲਈ ਕਈ ਵਾਰ ਖੇਤਾਂ 'ਚ ਟਰੈਕਟਰਾਂ ਦਾ ਪਿੱਛਾ ਵੀ ਕਰਦੇ ਹਨ ਡੰਡੀ। ਇਸ ਪੰਛੀ ਨੂੰ ਬਚਾਉਣਾ ਸਾਡਾ ਫਰਜ਼ ਹੀ ਨਹੀਂ, ਸਗੋਂ ਲੋੜ ਵੀ ਹੈ ਡੰਡੀ। ਪੰਜਾਬ ਦੇ ਪੇਂਡੂ ਖੇਤਰ ਵਿੱਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਨੇਪਰੇ ਚਾੜ੍ਹਨ ਲਈ ਜਲਦੀ ਹੀ 425 ਕਰੋੜ ਰੁਪਏ ਦੀ ਰਾਸ਼ੀ ਕੇਂਦਰ ਸਰਕਾਰ ਤੋਂ ਲਿਆਂਦੀ ਜਾ ਰਹੀ ਹੈ ਡੰਡੀ। ਇਸ ਰਾਸ਼ੀ ਨਾਲ ਪੇਂਡੂ ਖੇਤਰ ਦੇ 95% ਕਾਰਜ ਇਸੇ ਸਾਲ ਮੁਕੰਮਲ ਹੋ ਜਾਣਗੇ ਡੰਡੀ। ਪਿੰਡਾਂ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ 90 ਕਰੋੜ ਰੁਪਏ ਦੇ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ ਡੰਡੀ। ਪਿੰਡਾਂ ਦਾ ਸਮੂਹਿਕ ਵਿਕਾਸ ਕਰਨਾ ਸਰਕਾਰ ਦਾ ਮੁੱਖ ਨਿਸ਼ਾਨਾ ਹੈ ਡੰਡੀ। ਇਸ ਮੰਤਵ ਲਈ 184 ਕਰੋੜ ਰੁਪਏ ਰੱਖੇ ਗਏ ਹਨ ਡੰਡੀ। ਪਿੰਡਾਂ ਵਿੱਚ ਰਹਿ ਰਹੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੀ ਭਲਾਈ ਲਈ 32 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਡੰਡੀ। ਪੰਜਾਬ ਦੇ ਸਾਰੇ ਪਿੰਡਾਂ ਵਿੱਚ ਸੈਨੀਟੇਸ਼ਨ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਡੰਡੀ। ਪੰਚਾਇਤਾਂ ਨੂੰ ਵੱਧ ਮਾਲੀ ਆਮਦਨ ਵਾਲੀਆਂ ਸੰਪਤੀਆਂ ਕਾਇਮ ਕਰਨ ਲਈ 65 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ ਡੰਡੀ। ਪੰਚਾਇਤੀ ਜ਼ਮੀਨਾਂ ਉੱਤੇ ਨਜਾਇਜ਼ ਕਬਜ਼ੇ ਬਿਲਕੁਲ ਨਹੀਂ ਹੋਣ ਦਿੱਤੇ ਜਾਣਗੇ ਡੰਡੀ। ਸਰਪੰਚ ਪੰਚਾਇਤੀ ਜ਼ਮੀਨ ਦੇ ਰਾਖੇ ਹਨ ਡੰਡੀ। ਜੇਕਰ ਸਰਪੰਚ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਹੜੱਪਣ ਅਤੇ ਨਜਾਇਜ਼ ਕਰਜ਼ੇ ਕਰਵਾਉਣ ਵਿੱਚ ਕੋਈ ਭੂਮਿਕਾ ਨਿਭਾਉਣਗੇ ਤਾਂ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਡੰਡੀ। ਪੰਚਾਇਤੀ ਜ਼ਮੀਨਾਂ ਦੇ ਝਗੜਿਆਂ ਸੰਬੰਧੀ ਵਕੀਲ ਵਿਭਾਗ ਵੱਲੋਂ ਕਰਕੇ ਦਿੱਤੇ ਜਾਣਗੇ ਤਾਂ ਜੋ ਹੇਰਾ ਫੇਰੀ ਦੀ ਕੋਈ ਗੁੰਜਾਇਸ਼ ਨਾ ਰਹੇ ਡੰਡੀ। ਪੈਨਸ਼ਨਾਂ ਦੀ ਪੜਤਾਲ ਮੁਕੰਮਲ ਹੋ ਚੁੱਕੀ ਹੈ ਅਤੇ ਸਾਰੇ ਲਾਭਪਾਤਰੀਆਂ ਨੂੰ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਹਨ ਡੰਡੀ। ਪੰਜਾਬ ਸਰਕਾਰ ਨੇ ਸਹਿਕਾਰੀ ਅਦਾਰਿਆਂ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਂਦੇ ਫਸਲੀ ਅਤੇ ਮਿਆਦੀ ਕਰਜ਼ਿਆਂ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਲਿਆ ਹੈ ਅਤੇ ਇਸ ਨੂੰ ਅਮਲੀ ਰੂਪ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਡੰਡੀ। ਸਹਿਕਾਰੀ ਬੈਂਕ ਦੇ ਇਤਿਹਾਸ ਵਿੱਚ ਵਿਆਜ ਦਰਾਂ ਵਿੱਚ ਪਹਿਲੀ ਵਾਰ ਕਟੌਤੀ ਕੀਤੀ ਗਈ ਹੈ, ਜਦੋਂ ਕਿ ਪਹਿਲਾਂ ਹਮੇਸ਼ਾ ਸਹਿਕਾਰੀ ਬੈਂਕਾਂ ਵੱਲੋਂ ਵਿਆਜ ਵਿੱਚ ਵਾਧਾ ਹੀ ਕੀਤਾ ਜਾਂਦਾ ਰਿਹਾ ਹੈ ਡੰਡੀ। ਨਵੇਂ ਫੈਸਲੇ ਅਨੁਸਾਰ ਸਹਿਕਾਰੀ ਅਦਾਰੇ ਕਿਸਾਨ ਨੂੰ
ਹੁਣ ਪਹਿਲਾਂ ਨਾਲੋਂ 1% ਘੱਟ ਵਿਆਜ ਦਰ 'ਤੇ ਕਰਜ਼ਾ ਮੁਹੱਈਆ ਕਰਵਾਉਣਗੇ ਡੰਡੀ। ਦੂਸਰੇ ਪਾਸੇ ਵਪਾਰਕ ਬੈਂਕਾਂ ਨੇ ਵੀ ਆਪਣੀਆਂ ਵਿਆਜ ਦਰਾਂ ਵਿੱਚ ਕਮੀ ਲਿਆਂਦੀ ਹੈ ਡੰਡੀ। ਭਾਵੇਂ ਸਹਿਕਾਰੀ ਅਦਾਰਿਆਂ ਵੱਲੋਂ ਕਿਸਾਨਾਂ ਨੂੰ 1% ਘੱਟ ਵਿਆਜ ਦਰ 'ਤੇ ਕਰਜ਼ੇ ਮਿਲ ਸਕਣਗੇ, ਪਰ ਫਿਰ ਵੀ ਇਹ ਵਿਆਜ ਦਰ ਵਪਾਰਕ ਬੈਂਕਾਂ ਨਾਲੋਂ ਉੱਚੀ ਹੈ ਡੰਡੀ। ਸਹਿਕਾਰੀ ਬੈਂਕਾਂ ਵੱਲੋਂ ਗੈਰ ਖੇਤੀਬਾੜੀ ਕੰਮਾਂ ਲਈ ਦਿੱਤੇ ਜਾਣ ਵਾਲੇ ਕਰਜ਼ਿਆਂ ਦੀਆਂ ਵਿਆਜ ਦਰਾਂ ਵਿੱਚ ਵੀ 1 ਤੋਂ 2% ਤੱਕ ਕਮੀ ਕੀਤੀ ਗਈ ਹੈ ਡੰਡੀ। ਕਿਸਾਨਾਂ ਨੂੰ ਕਮਿਸ਼ਨ ਏਜੰਟਾਂ ਦੇ ਪੰਜੇ ਵਿੱਚੋਂ ਮੁਕਤ ਕਰਵਾਉਣ ਲਈ ਸਹਿਕਾਰੀ ਅਦਾਰਿਆਂ ਵੱਲੋਂ ਰਿਆਇਤੀ ਵਿਆਜ ਦਰਾਂ 'ਤੇ ਕਰਜ਼ੇ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਡੰਡੀ। ਵਪਾਰਕ ਬੈਂਕ ਜੋ ਪਹਿਲਾਂ ਸਿਰਫ ਸਨਅਤਕਾਰਾਂ ਨੂੰ ਹੀ ਕਰਜ਼ੇ ਦਿੰਦੇ ਸਨ, ਨੇ ਕਿਸਾਨਾਂ ਨੂੰ ਵੀ ਫਸਲੀ ਕਰਜ਼ੇ ਦੇਣੇ ਸ਼ੁਰੂ ਕੀਤੇ ਹਨ ਅਤੇ ਇਹਨਾਂ ਬੈਂਕਾਂ ਨੇ ਵਿਆਜ ਦਰਾਂ ਵੀ ਸਹਿਕਾਰੀ ਬੈਂਕਾਂ ਨਾਲੋਂ ਘੱਟ ਰੱਖੀਆਂ ਹੋਈਆਂ ਹਨ ਡੰਡੀ। ਸਟਾਰਟ। ਸਾਰੇ ਜਾਣਦੇ ਹਨ ਕਿ ਸਫਲਤਾ ਲਈ ਕੋਈ ਸ਼ਾਰਟਕਟ ਨਹੀਂ ਡੰਡੀ। ਹਰ ਇਨਸਾਨ ਆਪਣੀ ਜ਼ਿੰਦਗੀ 'ਚ ਸਫਲ ਹੋਣਾ ਚਾਹੁੰਦੇ ਹਨ, ਜਿਸ ਲਈ ਉਹ ਸੁਪਨੇ ਦੇਖਦਾ ਹੈ ਡੰਡੀ। ਕਿਸੇ ਦੇ ਸੁਪਨੇ ਛੋਟੇ ਹੁੰਦੇ ਹਨ ਤੇ ਕਿਸੇ ਦੇ ਵੱਡੇ ਡੰਡੀ। ਹਰ ਕੋਈ ਉਹਨਾਂ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ ਤੇ ਉਹਨਾਂ ਨੂੰ ਪੂਰਾ ਕਰਨ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਵੀ ਕਰਦਾ ਹੈ ਡੰਡੀ। ਮਿਹਨਤ ਹੈ ਤਾਂ ਸਫਲਤਾ ਹੈ, ਨਹੀਂ ਤਾਂ ਬਗੈਰ ਮਿਹਨਤ ਸਭ ਬੇਕਾਰ ਹੈ ਡੰਡੀ। ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਡੰਡੀ। ਅਸੀਂ ਸਫਲਤਾ ਹਾਸਲ ਕਰਨ ਲਈ ਮੁੜ ਮੁੜ ਯਤਨ ਕਰਦੇ ਹਾਂ, ਅੱਡੀ ਚੋਟੀ ਦਾ ਜ਼ੋਰ ਲਾਉਂਦੇ ਹਾਂ, ਡਿੱਗ ਡਿੱਗ ਕੇ ਹੁਸ਼ਿਆਰ ਹੁੰਦੇ ਹਾਂ, ਪਰ ਫਿਰ ਵੀ ਜੇ ਲਗਾਤਾਰ ਅਸਫਲਤਾ ਮਿਲੇ ਤਾਂ ਅਕਸਰ ਮਾਯੂਸ ਹੋ ਜਾਂਦੇ ਹਾਂ ਡੰਡੀ। ਵਾਰ-ਵਾਰ ਮਿਲੀ ਹਾਰ ਤੋਂ ਅਸੀਂ ਅੱਕ ਜਾਂਦੇ ਹਾਂ ਤੇ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਪਤਾ ਨਹੀਂ ਸਾਡੀ ਕਿਸਮਤ ਕਿਉਂ ਮਾੜੀ ਹੈ ਡੰਡੀ। ਜਦੋਂ ਇਸ ਹਾਲਾਤ 'ਚ ਸਾਡੇ ਸੁਪਨਿਆਂ ਅਤੇ ਟੀਚਿਆਂ ਤੋਂ ਭਟਕਣਾ ਸੁਭਾਵਿਕ ਹੋ ਜਾਂਦਾ ਹੈ ਤਾਂ ਵੱਡਿਆਂ ਵੱਲੋਂ ਸਬਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਡੰਡੀ। ਕਈ ਵਾਰੀ ਅਸੀਂ ਨਾਕਾਮਯਾਬੀ ਨਾਲ ਰਾਹ 'ਚ ਰੁਕ ਜਾਂਦੇ ਹਾਂ ਜਾਂ ਫਿਰ ਥੱਕ ਜਾਂਦੇ ਹਾਂ ਡੰਡੀ। ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਵਾਰ-ਵਾਰ ਕੀਤੀਆਂ ਕੋਸ਼ਿਸ਼ਾਂ ਹੀ ਸਾਨੂੰ ਕਾਮਯਾਬ ਇਨਸਾਨ ਬਣਾਉਂਦੀਆਂ ਹਨ ਡੰਡੀ। ਸਬਰ ਹਾਰ ਪ੍ਰਤੀ ਉਹ ਸਕਾਰਾਤਮਕ ਰਵੱਈਆ ਹੈ ਜੋ ਬਿਖਰੀਆਂ ਹੋਈਆਂ ਰੀਝਾਂ ਸਮੇਟਣ ਤੇ ਟੁੱਟੇ ਹੋਏ ਸੁਪਨਿਆਂ ਨੂੰ ਜੋੜਨ 'ਚ ਇੱਕ ਕੜੀ ਵਾਂਗ ਕੰਮ ਕਰਦਾ ਹੈ ਡੰਡੀ। ਸਬਰ ਰੱਖਣਾ ਕੋਈ ਕੰਮ ਨਹੀਂ, ਸਗੋਂ ਇਹ ਉਹ ਗੁਣ ਹੈ ਜੋ ਭਾਵਨਾਤਮਕ ਤੌਰ 'ਤੇ ਮਜ਼ਬੂਤ ਸ਼ਖਸੀਅਤ ਬਣਾਉਣ ਦੀ ਕਾਰਗੁਜ਼ਾਰੀ ਸਮਝਾਉਂਦਾ ਹੈ ਡੰਡੀ। ਇਹ ਉਹ ਇੰਤਜ਼ਾਰ ਹੈ ਜੋ ਅਸ਼ਾਂਤ ਮਨ ਦੀ ਜੱਦੋ-ਜਹਿਦ ਨੂੰ ਸ਼ਾਂਤ ਕਰਦਾ ਹੈ ਡੰਡੀ। ਇਹ ਕਿੰਤੂ ਪਰੰਤੂ 'ਤੇ ਵਿਰਾਮ ਲਗਾਉਂਦਾ ਹੈ ਡੰਡੀ। ਹਰ ਇੱਕ ਦੀ ਮਨੋਬਿਰਤੀ ਇਹੀ ਰਹਿੰਦੀ ਹੈ ਕਿ ਸੁਪਨੇ ਪਲਕ ਝਪਕਦਿਆਂ ਪੂਰੇ ਹੋ ਜਾਵਣ,
ਚੀਜ਼ਾਂ ਨੂੰ ਤੁਰੰਤ ਕਿਸੇ ਤਾਕਤ ਨਾਲ ਹਾਸਲ ਕਰ ਲਿਆ ਜਾਵੇ, ਪਰ ਅਕਸਰ ਜਲਦਬਾਜ਼ੀ 'ਚ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਡੰਡੀ ਸਬਰ ਸਾਨੂੰ ਆਸ਼ਾਵਾਦੀ ਬਣਾਉਂਦਾ ਹੈ। ਡੰਡੀ ਇਹ ਗੁਣ ਅਸੀਂ ਜ਼ਿੰਦਗੀ ਦੇ ਸ਼ੁਰੂਆਤੀ ਪੜਾਅ 'ਤੇ ਹਾਸਲ ਨਹੀਂ ਕਰ ਸਕਦੇ। ਡੰਡੀ ਇਹ ਗੁਣ ਕੋਈ ਜਮਾਂਦਰੂ ਨਹੀਂ ਲੈ ਕੇ ਆਉਂਦਾ। ਡੰਡੀ ਇਹ ਜ਼ਿੰਦਗੀ ਦੇ ਉਤਰਾਅ ਚੜਾਅ, ਜਿੱਤ ਹਾਰ, ਛੋਟਿਆਂ ਵੱਡਿਆਂ ਦੀ ਜ਼ਿੰਦਗੀ ਦੇ ਤਜਰਬਿਆਂ ਤੋਂ ਕੁਦਰਤੀ ਤੌਰ 'ਤੇ ਸਾਡੇ ਵੱਲੋਂ ਘੋਖ ਲਿਆ ਜਾਂਦਾ ਹੈ। ਡੰਡੀ ਸਬਰ ਦੀ ਤਾਕਤ ਹੀ ਸੋਚ 'ਚ ਨਿਖਾਰ ਲਿਆਉਂਦੀ ਹੈ। ਡੰਡੀ ਗੁੱਸੇ ਦਾ ਪਲੜਾ ਕਈ ਕਾਰਨਾਂ ਕਰਕੇ ਭਾਰੀ ਹੋ ਸਕਦਾ ਹੈ। ਡੰਡੀ ਉਮੀਦ ਨੂੰ ਕਿਸੇ ਵੱਲੋਂ ਪਹੁੰਚਾਈ ਠੇਸ ਸਾਨੂੰ ਅਸ਼ਾਂਤ ਬਣਾ ਸਕਦੀ ਹੈ। ਡੰਡੀ ਸਬਰ ਨਾਲ ਉਹਨਾਂ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ ਜਿਨ੍ਹਾਂ ਦਾ ਸਾਨੂੰ ਡਰ ਹੈ। ਡੰਡੀ ਸਾਨੂੰ ਪਤਾ ਹੈ ਕਿ ਬੇਚੈਨੀ ਦਾ ਇੱਕ ਵੀ ਪਲ ਸਾਡੀ ਸਾਰੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ। ਡੰਡੀ ਇਹ ਰਿਸ਼ਤਿਆਂ 'ਚ ਕੜਵਾਹਟ ਵੀ ਪੈਦਾ ਕਰਦਾ ਹੈ, ਪਰ ਸਬਰ ਦਾ ਇੱਕ ਪਲ ਸਾਡੀ ਬਹੁਤ ਵੱਡੀ ਬਿਪਤਾ ਦੂਰ ਕਰ ਸਕਦਾ ਹੈ। ਡੰਡੀ ਇਹ ਉਹ ਮਾਨਸਿਕ ਬਲ ਹੈ ਜੋ ਬੇਫਜ਼ੂਲ ਦੀਆਂ ਫਿਕਰਾਂ ਦੇ ਦਾਇਰੇ ਨੂੰ ਕੰਟਰੋਲ ਕਰਦਾ ਹੈ, ਕਿਉਂਕਿ ਜ਼ਿੰਦਗੀ ਭਵਿੱਖ ਜਾਂ ਅਤੀਤ ਦੇ ਜਿਉਣ ਬਾਰੇ ਨਹੀਂ, ਸਗੋਂ ਮੌਜੂਦਾ ਹਾਲਾਤਾਂ ਨੂੰ ਸਵੀਕਾਰਨਾ ਹੈ। ਡੰਡੀ ਹਾਰ ਦਾ ਅਰਥ ਰੁਕਣਾ ਝੁਕਣਾ ਨਹੀਂ ਹੁੰਦਾ ਤੇ ਨਾ ਹੀ ਹਾਰ ਦੇ ਕਾਰਨਾਂ ਨੂੰ ਕਿਸੇ ਹੋਰ 'ਤੇ ਥੋਪਣਾ ਹੁੰਦਾ ਹੈ, ਸਗੋਂ ਇਸ ਤੋਂ ਸਬਕ ਲਿਆ ਜਾਣਾ ਚਾਹੀਦਾ ਹੈ। ਡੰਡੀ ਇਸ ਨੂੰ ਸਕਾਰਾਤਮਕ ਨਜ਼ਰੀਏ ਨਾਲ ਲੈਣਾ ਚਾਹੀਦਾ ਹੈ। ਡੰਡੀ ਖੁਦ ਵਿੱਚੋਂ ਹੀ ਸਵਾਲਾਂ ਦੇ ਜਵਾਬ ਲੱਭਣੇ ਚਾਹੀਦੇ ਹਨ। ਡੰਡੀ ਅਸੀਂ ਇੰਨੇ ਵੀ ਨਾਕਾਬਿਲ ਨਹੀਂ ਹੋ ਸਕਦੇ ਕਿ ਸਮੱਸਿਆ ਦੀ ਜੜ ਨੂੰ ਡੂੰਘਾਈ ਤੱਕ ਨਾ ਫਰੋਲ ਸਕੀਏ। ਡੰਡੀ ਸਾਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਆਪਣੇ ਟੀਚੇ ਤੱਕ ਪਹੁੰਚਣ ਲਈ ਕਦਮ ਬਾ ਕਦਮ ਲਗਾਤਾਰ ਚੱਲਦੇ ਰਹਿਣਾ ਚਾਹੀਦਾ ਹੈ। ਡੰਡੀ ਸਟਾਰਟ। ਘਰ ਛੱਡਣ ਸਮੇਂ ਉਹਨਾਂ ਇੱਕ ਚਿੱਠੀ 'ਚ ਲਿਖਿਆ ਸੀ ਕਿ ਮੇਰੇ ਜੀਵਨ ਦਾ ਸਭ ਤੋਂ ਉੱਤਮ ਮਕਸਦ ਦੇਸ਼ ਦੀ ਆਜ਼ਾਦੀ ਲਈ ਸਮਰਪਿਤ ਹੋਣਾ ਹੈ। ਡੰਡੀ ਇਸ ਲਈ ਕੋਈ ਆਰਾਮ ਜਾਂ ਦੁਨਿਆਵੀ ਇੱਛਾ ਹੁਣ ਮੈਨੂੰ ਲੁਭਾ ਨਹੀਂ ਸਕਦੀ। ਡੰਡੀ ਘਰ ਛੱਡਣ ਤੋਂ ਬਾਅਦ ਭਗਤ ਸਿੰਘ ਕਾਨਪੁਰ ਚਲੇ ਗਏ ਤੇ ਉੱਥੇ ਆਪਣਾ ਨਾਂ ਬਲਵੰਤ ਸਿੰਘ ਰੱਖ ਕੇ ਕੁਝ ਦੇਰ ਪ੍ਰਤਾਪ ਪ੍ਰੈਸ 'ਚ ਕੰਮ ਕੀਤਾ। ਡੰਡੀ 1919 'ਚ ਭਗਤ ਸਿੰਘ ਨੇ ਜਲਿਆਂਵਾਲਾ ਬਾਗ ਅੰਮ੍ਰਿਤਸਰ ਦਾ ਦੌਰਾ ਕੀਤਾ, ਜਿੱਥੇ ਇੱਕ ਜਨ ਸਭਾ 'ਚ ਇਕੱਤਰ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਗਈ ਸੀ। ਡੰਡੀ ਇਸ ਖੂਨੀ ਸਾਕੇ ਦਾ ਭਗਤ ਸਿੰਘ ਦੇ ਮਨ 'ਤੇ ਡੂੰਘਾ ਅਸਰ ਪਿਆ। ਡੰਡੀ ਇਸ ਘਟਨਾ ਤੋਂ ਦੂਜੇ ਦਿਨ ਉਹ ਜਲਿਆਂਵਾਲਾ ਬਾਗ ਗਏ ਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਏ। ਡੰਡੀ ਇਸ ਘਟਨਾ ਨੇ ਉਹਨਾਂ ਦੇ ਮਨ 'ਤੇ ਅੰਗਰੇਜ਼ਾਂ ਪ੍ਰਤੀ ਵਿਦਰੋਹ ਨੂੰ ਜਗਾ ਦਿੱਤਾ। ਡੰਡੀ ਭਗਤ ਸਿੰਘ ਖੂਨ ਖਰਾਬੇ ਦੇ ਬਿਲਕੁਲ ਹੱਕ 'ਚ ਨਹੀਂ ਸਨ। ਡੰਡੀ ਉਹਨਾਂ ਨੇ ਲੋਕਾਂ ਦੀ ਸੁਰੱਖਿਆ ਲਈ ਬਿੱਲ ਤੇ ਟਰੇਡ
ਡਿਸਪਿਊਟਰ ਬਿੱਲ ਖਿਲਾਫ ਅਸੈਂਬਲੀ 'ਚ ਨਕਲੀ ਬੰਬ ਸੁੱਟ ਕੇ ਅੰਗਰੇਜ਼ ਹਕੂਮਤ ਦਾ ਵਿਰੋਧ ਕਰਨਾ ਚਾਹਿਆ ਡੰਡੀ। ਇਸ ਲਈ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਦੇ ਸੈਂਟਰਲ ਹਾਲ 'ਚ ਖਾਲੀ ਥਾਂ 'ਤੇ ਨਕਲੀ ਬੰਬ ਸੁੱਟਿਆ ਤੇ ਪਰਚੇ ਸੁੱਟਦਿਆਂ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਏ ਡੰਡੀ। ਜਦੋਂ ਭਗਤ ਸਿੰਘ ਨੂੰ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ, ਸਗੋਂ 7 ਸਮੁੰਦਰੋਂ ਪਾਰ ਬੈਠੀ ਬੋਲੀ ਸਰਕਾਰ ਦੇ ਕੰਨ ਖੋਲ੍ਹਣਾ ਸੀ ਡੰਡੀ। ਇਨਕਲਾਬ ਜਿੰਦਾਬਾਦ ਦਾ ਨਾਰਾ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਨੇ ਦਿੱਤਾ ਸੀ, ਜੋ ਅੱਗੇ ਚੱਲ ਕੇ ਦੇਸ਼ ਦਾ ਨਾਰਾ ਬਣਿਆ ਡੰਡੀ। ਉਹਨਾਂ ਦੀ ਮੌਤ ਨੇ ਪੂਰੇ ਦੇਸ਼ 'ਚ ਦੇਸ਼ ਭਗਤੀ ਦੀ ਭਾਵਨਾ ਨੂੰ ਉੱਚਾ ਕੀਤਾ ਡੰਡੀ। ਅੱਜ ਵੀ ਸ਼ਹੀਦ ਭਗਤ ਸਿੰਘ ਸਾਡੇ ਦਿਲਾਂ 'ਚ ਜਿਉਂਦਾ ਹੈ ਡੰਡੀ। ਸ਼ਿਵ ਰਾਮ ਹਰੇ ਰਾਜਗੁਰੂ ਬਹੁਤ ਘੱਟ ਉਮਰ 'ਚ ਵਾਰਾਣਸੀ ਆ ਗਏ ਸਨ, ਜਿੱਥੇ ਉਹਨਾਂ ਨੇ ਸੰਸਕ੍ਰਿਤ ਤੇ ਹਿੰਦੂ ਧਾਰਮਿਕ ਸ਼ਾਸਤਰਾਂ ਦਾ ਅਧਿਐਨ ਕੀਤਾ ਸੀ ਡੰਡੀ। ਵਾਰਾਣਸੀ 'ਚ ਹੀ ਉਹ ਭਾਰਤੀ ਕ੍ਰਾਂਤੀਕਾਰੀਆਂ ਦੇ ਸੰਪਰਕ 'ਚ ਆਏ ਡੰਡੀ। ਸੁਭਾਅ ਤੋਂ ਉਤਸ਼ਾਹੀ ਰਾਜਗੁਰੂ ਸੁਤੰਤਰਤਾ ਸੰਗਰਾਮ 'ਚ ਯੋਗਦਾਨ ਦੇਣ ਲਈ ਇਸ ਅੰਦੋਲਨ 'ਚ ਸ਼ਾਮਲ ਹੋਏ ਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਜ਼ਿੰਮੇਵਾਰ ਮੈਂਬਰ ਬਣ ਗਏ ਡੰਡੀ। ਰਾਜਗੁਰੂ ਮਹਾਤਮਾ ਗਾਂਧੀ ਦੇ ਅਹਿੰਸਕ ਅੰਦੋਲਨਾਂ 'ਚ ਵਿਸ਼ਵਾਸ ਨਹੀਂ ਰੱਖਦੇ ਸਨ ਡੰਡੀ। ਇਸ ਲਈ ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ 'ਚ ਸ਼ਾਮਲ ਹੋਏ, ਜਿਨ੍ਹਾਂ ਦਾ ਟੀਚਾ ਭਾਰਤ ਨੂੰ ਕਿਸੇ ਵੀ ਤਰ੍ਹਾਂ ਬ੍ਰਿਟਿਸ਼ ਸਰਕਾਰ ਤੋਂ ਆਜ਼ਾਦ ਕਰਵਾਉਣਾ ਸੀ ਡੰਡੀ। ਉਹਨਾਂ ਨੇ ਭਾਰਤ ਦੀ ਜਨਤਾ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਨੌਜਵਾਨਾਂ ਦੇ ਇਸ ਕ੍ਰਾਂਤੀਕਾਰੀ ਸੰਗਠਨ ਨਾਲ ਹੱਥ ਮਿਲਾਉਣ ਦਾ ਐਦ ਲਿਆ ਡੰਡੀ। ਰਾਜਗੁਰੂ ਨੂੰ ਉਹਨਾਂ ਦੇ ਨਿਡਰਤਾ ਤੇ ਸਾਹਸ ਲਈ ਜਾਣਿਆ ਜਾਂਦਾ ਸੀ ਡੰਡੀ। ਭਗਤ ਸਿੰਘ ਤੇ ਹੋਰ ਸਾਥੀ ਉਹਨਾਂ ਨੂੰ ਗਨਮੈਨ ਦੇ ਨਾਂ ਨਾਲ ਬੁਲਾਉਂਦੇ ਸਨ ਡੰਡੀ। ਪਿਆਰੇ ਬੱਚਿਓ, ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ ਡੰਡੀ। ਕਈ ਬੱਚਿਆਂ 'ਤੇ ਇਸ ਸਮੇਂ ਪ੍ਰੀਖਿਆਵਾਂ ਦਾ ਦਬਾਅ ਹੋਵੇਗਾ, ਪਰ ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਬੜੀ ਸਮਝਦਾਰੀ ਨਾਲ ਪੇਪਰ ਦੇ ਰਹੇ ਹੋਵੋਗੇ ਤੇ ਇਸ ਦੇ ਬਿਹਤਰ ਨਤੀਜੇ ਵੀ ਲਿਆਓਗੇ ਡੰਡੀ। ਸ਼ਾਇਦ ਤੁਹਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਤੁਸੀਂ ਕਿੰਨੇ ਸੋਹਣੇ ਦੌਰ 'ਚੋਂ ਲੰਘ ਰਹੇ ਹੋ ਡੰਡੀ। ਇਸ ਸਮੇਂ ਤੁਸੀਂ ਜੋ ਵੀ ਸਿੱਖੋਗੇ ਜ਼ਿੰਦਗੀ ਭਰ ਉਸ ਦਾ ਫਾਇਦਾ ਲਵੋਗੇ ਡੰਡੀ। ਅਜਿਹੇ ਕਿੰਨੇ ਬਹਾਦਰ ਯੋਧੇ ਹੋਏ ਜਿਨ੍ਹਾਂ ਨੇ ਤੁਹਾਡੀ ਉਮਰ 'ਚ ਹੀ ਇੱਕ ਵੱਡਾ ਸੁਪਨਾ ਲਿਆ ਤੇ ਉਸ ਨੂੰ ਹਕੀਕਤ 'ਚ ਬਦਲਿਆ ਡੰਡੀ। ਅੱਜ ਸਾਰਾ ਜੱਗ ਉਹਨਾਂ ਅੱਗੇ ਨਤਮਸਤਕ ਹੈ ਡੰਡੀ। ਅਜਿਹੇ ਹੀ 3 ਵੀਰ ਸਪੂਤ ਸਨ, ਸ਼ਹੀਦੇ ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਡੰਡੀ। ਭਗਤ ਸਿੰਘ ਨੇ ਬਚਪਨ 'ਚ ਅੰਗਰੇਜ਼ਾਂ ਨੂੰ ਦੇਸ਼ 'ਚੋਂ ਭਜਾਉਣ ਦਾ ਜੋ ਸੰਕਲਪ ਲਿਆ, ਉਹ ਦੇਸ਼ ਦੀ ਆਜ਼ਾਦੀ ਲਈ ਵੱਡਾ ਹਥਿਆਰ ਬਣਿਆ ਡੰਡੀ। ਉਸ ਵਰਗੇ ਬਹਾਦਰ ਯੋਧਿਆਂ ਬਾਰੇ
ਪੜ੍ਹ ਜਾਣ ਕੇ ਜੋ ਤਾਕਤ ਮਿਲਦੀ ਹੈ ਉਹ ਤੁਹਾਨੂੰ ਮਿੱਥੇ ਹੋਏ ਟੀਚਿਆਂ ਤੱਕ ਲੈ ਕੇ ਜਾਂਦੀ ਹੈ ਡੰਡੀ। ਸੋ ਮੇਰਾ ਵੀ ਅੱਜ ਦਾ ਵਿਸ਼ਾ ਇਹੀ ਹੈ ਕਿ ਇਹਨਾਂ ਸਪੂਤਾਂ ਦੇ ਸੁਪਨਿਆਂ ਦਾ ਭਾਰਤ ਤੁਸੀਂ ਬਣਾਉਣਾ ਹੈ, ਜਿੱਥੇ ਨਾ ਕੋਈ ਛੋਟਾ ਤੇ ਨਾ ਕੋਈ ਵੱਡਾ, ਨਾ ਕੋਈ ਉੱਚਾ ਤੇ ਨਾ ਕੋਈ ਨੀਵਾਂ ਹੋਵੇ ਡੰਡੀ। ਤੁਸੀਂ ਇਹਨਾਂ ਸੂਰਬੀਰਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਆਪਣਾ ਕੀ ਯੋਗਦਾਨ ਪਾਵੋਗੇ? ਪ੍ਰਸ਼ਨ ਚਿੰਨ੍ਹ। ਇਸ ਵਿਸ਼ੇ 'ਤੇ ਮੈਨੂੰ ਆਪਣੇ ਵਿਚਾਰ ਲਿਖ ਕੇ ਪੰਜਾਬੀ ਜਾਗਰਣ ਦੇ ਪਤੇ ਜਾਂ ਈਮੇਲ ID 'ਤੇ ਆਪਣੀ ਤਸਵੀਰ, ਨਾਂ ਅਤੇ ਪਤੇ ਸਮੇਤ ਭੇਜੋ ਡੰਡੀ ਭਰਾ। ਕਹਿੰਦੇ ਹਨ ਕਿ ਔਰਤ ਦਾ ਆਪਣਾ ਘਰ ਨਹੀਂ ਹੁੰਦਾ, ਪਰ ਉਹ ਜਿਹੜੇ ਘਰ 'ਚ ਰਹਿੰਦੀਆਂ ਹਨ ਉਹਨਾਂ ਨੂੰ ਆਪਣਾ ਬਣਾ ਲੈਂਦੀਆਂ ਹਨ ਡੰਡੀ। ਅੱਜ ਮਰਦ ਪ੍ਰਧਾਨ ਸਮਾਜ 'ਚ ਕੋਈ ਵੀ ਖੇਤਰ ਅਜਿਹਾ ਨਹੀਂ ਜਿੱਥੇ ਔਰਤਾਂ ਨੇ ਮੱਲਾਂ ਨਾ ਮਾਰੀਆਂ ਹੋਣ ਡੰਡੀ। ਸਾਡੇ ਸੰਸਾਰ ਦੀਆਂ ਬਹੁਤ ਸਾਰੀਆਂ ਔਰਤਾਂ ਹਨ ਜਿਨ੍ਹਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਜਿਵੇਂ ਮੈਰੀ ਕਿਊਰੀ, ਕਲਪਨਾ ਚਾਵਲਾ, ਇੰਦਰਾ ਗਾਂਧੀ ਆਦਿ ਡੰਡੀ। ਮਾਈ ਭਾਗੋ ਨੇ ਦੁਸ਼ਮਣਾਂ ਦਾ ਡਟ ਕੇ ਸਾਹਮਣਾ ਕੀਤਾ ਡੰਡੀ। ਗੁਰੂ ਨਾਨਕ ਦੇਵ ਜੀ ਨੇ ਵੀ ਬਾਣੀ 'ਚ ਔਰਤ ਦਾ ਸਤਿਕਾਰ ਕਰਨ ਨੂੰ ਕਿਹਾ ਹੈ ਡੰਡੀ। ਔਰਤ ਨੂੰ ਸ਼ਬਦਾਂ 'ਚ ਬਿਆਨਣਾ ਬਹੁਤ ਔਖਾ ਹੈ ਡੰਡੀ। ਔਰਤ ਬਾਰੇ ਸ਼ਬਦਾਂ 'ਚ ਲਿਖਣਾ ਓਨਾ ਹੀ ਔਖਾ ਹੈ ਜਿੰਨਾ ਉਸ ਦੀ ਪ੍ਰਤਿਭਾ ਨੂੰ ਸਮਝਣਾ ਡੰਡੀ। ਔਰਤ ਇੱਕ ਅਜਿਹਾ ਸਵਰੂਪ ਹੈ ਜੋ ਖੁਦ 'ਚ ਪੂਰੀ ਦੁਨੀਆ ਹੈ ਡੰਡੀ। ਕਦੇ ਉਹ ਧੀ ਦੇ ਰੂਪ 'ਚ ਚੰਚਲ ਹੈ, ਭੈਣ ਦੇ ਰਿਸ਼ਤੇ 'ਚ ਸਿਆਣੀ ਤੇ ਪਤਨੀ ਦੇ ਰੂਪ 'ਚ ਜ਼ਿੰਮੇਵਾਰੀਆਂ ਸੰਭਾਲਣ ਲਈ ਤਿਆਰ ਹੈ ਡੰਡੀ। ਮਾਂ ਦੇ ਰੂਪ 'ਚ ਸਿੱਖਿਅਕ, ਤਿਆਗ ਤੇ ਮਮਤਾ ਦੀ ਮੂਰਤ ਹੈ ਡੰਡੀ। ਫਿਰ ਵੀ ਔਰਤ ਨੂੰ ਉਹ ਮਾਣ ਸਤਿਕਾਰ ਨਹੀਂ ਮਿਲ ਰਿਹਾ ਜਿਸ ਦੀ ਉਹ ਹੱਕਦਾਰ ਹੈ ਡੰਡੀ ਭਰਾ। ਅੱਜ ਔਰਤਾਂ ਹਰ ਖੇਤਰ 'ਚ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਹੀ ਨਹੀਂ ਰਹੀਆਂ, ਸਗੋਂ ਤੇਜ਼ੀ ਨਾਲ ਉਹਨਾਂ ਤੋਂ ਅੱਗੇ ਨਿਕਲ ਰਹੀਆਂ ਹਨ ਡੰਡੀ। ਫਿਰ ਵੀ ਜ਼ਿੰਦਗੀ 'ਚ ਅਜਿਹੀਆਂ ਕਈ ਚੁਣੌਤੀਆਂ ਹਨ ਜੋ ਉਹਨਾਂ ਦੇ ਕਦਮਾਂ ਨੂੰ ਰੋਕਣ ਦਾ ਕੰਮ ਕਰਦੀਆਂ ਹਨ ਡੰਡੀ। ਇਹ ਇੱਕ ਦੇਸ਼ 'ਚ ਹੀ ਨਹੀਂ ਸਗੋਂ ਦੁਨੀਆ ਦੇ ਤਮਾਮ ਦੇਸ਼ਾਂ 'ਚ ਚਿੰਤਾ ਦਾ ਵਿਸ਼ਾ ਹੈ ਡੰਡੀ। ਆਓ ਮਿਲ ਕੇ ਸੰਕਲਪ ਲਈਏ ਕਿ ਔਰਤਾਂ ਦੇ ਸਨਮਾਨ ਨੂੰ ਸਿਰਫ ਇੱਕ ਦਿਨ ਨਹੀਂ ਸਗੋਂ ਜ਼ਿੰਦਗੀ 'ਚ ਹਰ ਰੋਜ਼ ਦਾ ਲਾਜ਼ਮੀ ਹਿੱਸਾ ਬਣਾਈਏ ਡੰਡੀ। ਸਟਾਰਟ। ਬਦਲਦੇ ਮੌਸਮ 'ਚ ਮੌਸਮੀ ਫਲ ਤੇ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਡੰਡੀ। ਸਵੇਰੇ ਦੇ ਨਾਸ਼ਤੇ 'ਚ ਦਲੀਆ, ਆਂਡਾ, ਓਟਸ, ਕਾਰਨਫਲੈਕਸ ਆਦਿ ਸ਼ਾਮਲ ਕੀਤੇ ਜਾ ਸਕਦੇ ਹਨ ਡੰਡੀ। ਨਾਸ਼ਤੇ ਤੇ ਦੁਪਹਿਰ ਦੌਰਾਨ ਜੇ ਬੱਚੇ ਨੂੰ ਭੁੱਖ ਲੱਗਦੀ ਹੈ ਤਾਂ ਚਿਪਸ ਜਾਂ ਬਿਸਕੁਟ ਦੇਣ ਦੀ ਬਜਾਏ ਮੌਸਮੀ ਫਲ ਦਿੱਤੇ ਜਾਣ ਡੰਡੀ। ਦੁਪਹਿਰ ਦੇ ਖਾਣੇ 'ਚ ਦਾਲ, ਚੌਲ, ਰੋਟੀ, ਸਬਜ਼ੀ, ਸਲਾਦ ਤੇ ਦਹੀਂ ਦਾ ਸੇਵਨ ਕਰੋ ਡੰਡੀ। ਸ਼ਾਮ
ਸ਼ਾਮ ਵੇਲੇ ਦੁੱਧ ਨਾਲ ਸੈਂਡਵਿਚ ਬ੍ਰੈਡ ਆਦਿ ਦਿੱਤੇ ਜਾ ਸਕਦੇ ਹਨ। ਡੰਡੀ ਰਾਤ ਦਾ ਖਾਣਾ ਹਲਕਾ ਦੇਣਾ ਚਾਹੀਦਾ ਹੈ। ਡੰਡੀ ਸਿਹਤਮੰਦ ਭੋਜਨ ਖਾਣ ਨਾਲ ਬੱਚਿਆਂ ਨੂੰ ਭਰਪੂਰ ਪੋਸ਼ਣ ਵੀ ਮਿਲਦਾ ਰਹੇਗਾ। ਡੰਡੀ ਵਿਸ਼ੇਸ਼ ਤੌਰ 'ਤੇ ਡਰਾਈ ਫਰੂਟਸ ਜਿਵੇਂ ਬਦਾਮ, ਅਖਰੋਟ, ਪਿਸਤਾ, ਕਾਜੂ ਨੂੰ ਭੋਜਨ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਡੰਡੀ ਇਹਨਾਂ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੁੰਦਾ ਹੈ ਅਤੇ ਊਰਜਾ ਵੀ ਪ੍ਰਾਪਤ ਹੁੰਦੀ ਹੈ। ਡੰਡੀ ਬੱਚਿਆਂ ਨੂੰ ਭਰਪੂਰ ਮਾਤਰਾ 'ਚ ਪਾਣੀ ਪੀਣਾ ਚਾਹੀਦਾ ਹੈ। ਡੰਡੀ ਹਰ ਰੋਜ਼ ਘੱਟੋ ਘੱਟ 2-3 ਲੀਟਰ ਪਾਣੀ ਪੀਓ। ਡੰਡੀ ਇਸ ਨਾਲ ਪਾਚਨ ਪ੍ਰਣਾਲੀ ਦਰੁਸਤ ਰਹੇਗੀ। ਡੰਡੀ ਭੋਜਨ ਕਰਨ ਤੋਂ 1 ਘੰਟਾ ਪਹਿਲਾਂ ਤੇ ਭੋਜਨ ਕਰਨ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਣਾ ਲਾਹੇਵੰਦ ਹੈ। ਡੰਡੀ ਪ੍ਰੀਖਿਆਵਾਂ ਦੇ ਦਿਨਾਂ 'ਚ ਬੱਚਿਆਂ ਨੂੰ ਜੰਕ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਡੰਡੀ ਸਵੇਰ ਦੀ ਸੈਰ ਜਾਂ ਹਲਕੀ ਸਾਹ ਕਿਰਿਆ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ। ਡੰਡੀ ਇਸ ਨਾਲ ਦਿਮਾਗ ਨੂੰ ਆਕਸੀਜਨ ਸਹੀ ਮਾਤਰਾ 'ਚ ਪਹੁੰਚਦੀ ਹੈ ਅਤੇ ਖੂਨ ਦਾ ਸੰਚਾਰ ਵਧੀਆ ਹੁੰਦਾ ਹੈ, ਜਿਸ ਨਾਲ ਉਹ ਜੋਸ਼ ਨਾਲ ਪੜ੍ਹਾਈ ਕਰਦੇ ਹਨ। ਡੰਡੀ ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਨੋਟਿਸ ਤਿਆਰ ਕਰਨੇ ਚਾਹੀਦੇ ਹਨ। ਡੰਡੀ ਪੜ੍ਹਦੇ ਸਮੇਂ ਮੁੱਖ ਬਿੰਦੂਆਂ ਨੂੰ ਵੱਖ-ਵੱਖ ਰੰਗਾਂ ਦੇ ਹਾਈਲਾਈਟਰ ਨਾਲ ਮਾਰਕ ਕੀਤਾ ਜਾਵੇ ਤਾਂ ਜੋ ਪ੍ਰੀਖਿਆਵਾਂ ਸਮੇਂ ਉਹਨਾਂ ਮੁੱਖ ਬਿੰਦੂਆਂ ਦਾ ਹੀ ਅਭਿਆਸ ਕੀਤਾ ਜਾਵੇ। ਡੰਡੀ ਜਿਹੜੇ ਮੁੱਖ ਬਿੰਦੂ ਉਭਾਰੇ ਜਾਣ ਉਹਨਾਂ ਨੂੰ ਫਲੈਸ਼ ਕਾਰਡ ਜਾਂ ਕਾਪੀ 'ਚ ਲਿਖ ਕੇ ਨੋਟਿਸ ਤਿਆਰ ਕੀਤੇ ਜਾ ਸਕਦੇ ਹਨ। ਡੰਡੀ ਖਾਸ ਜਾਣਕਾਰੀ ਲਈ ਵੱਖ-ਵੱਖ ਰੰਗਾਂ ਦੇ ਪੈਨਾਂ ਦੀ ਵਰਤੋਂ ਕਰਨ ਨਾਲ ਤੱਥਾਂ ਦੀ ਜਾਣਕਾਰੀ ਜਿਵੇਂ ਤਰੀਕ, ਸਮਾਂ ਜਾਂ ਮਹੱਤਵਪੂਰਨ ਘਟਨਾਵਾਂ, ਫਾਰਮੂਲੇ ਆਦਿ ਸਮਝਣ 'ਚ ਸੌਖ ਹੋ ਜਾਂਦੀ ਹੈ। ਡੰਡੀ ਜਿਹੜੇ ਬੱਚੇ ਸਕੂਲ ਨਹੀਂ ਜਾ ਸਕਦੇ ਉਹ ਕਿਸੇ ਵੀ ਵਿਸ਼ੇ ਸੰਬੰਧੀ ਮੁਸ਼ਕਲ ਆਉਣ 'ਤੇ ਆਪਣੇ ਅਧਿਆਪਕ ਨਾਲ ਫੋਨ 'ਤੇ ਸੰਪਰਕ ਕਰ ਸਕਦੇ ਹਨ। ਡੰਡੀ ਜ਼ੂਮ ਐਪ, ਵਟਸਐਪ, ਗੂਗਲ ਮੀਟਿੰਗ ਦੀ ਵਰਤੋਂ ਕਰਕੇ ਆਪਣੇ ਅਧਿਆਪਕ ਨਾਲ ਵਿਸ਼ੇ ਸੰਬੰਧੀ ਪਰੇਸ਼ਾਨੀਆਂ ਸਾਂਝੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਡੰਡੀ ਜਿੰਨਾ ਜ਼ਿਆਦਾ ਹੋ ਸਕੇ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਅਤੇ ਵਰਤਮਾਨ ਸਮੇਂ ਦੌਰਾਨ ਲਏ ਗਏ ਮਾਕ ਟੈਸਟ ਆਦਿ ਨਾਲ ਪ੍ਰੀਖਿਆ ਦੀ ਤਿਆਰੀ ਕੀਤੀ ਜਾ ਸਕਦੀ ਹੈ। ਡੰਡੀ ਇਸ ਤਰ੍ਹਾਂ ਬੱਚਿਆਂ ਨੂੰ ਖੁਦ ਦਾ ਵਿਸ਼ਲੇਸ਼ਣ ਕਰਨ ਦਾ ਮੌਕਾ ਮਿਲਦਾ ਹੈ ਕਿ ਉਹਨਾਂ ਨੂੰ ਕਿੰਨਾ ਸਿਲੇਬਸ ਯਾਦ ਹੈ ਅਤੇ ਆਪਣੀਆਂ ਗਲਤੀਆਂ ਨੂੰ ਸੁਧਾਰ ਸਕਦੇ ਹਨ। ਡੰਡੀ